ਸਰਬੱਤ ਨਾਮ ਨਾਲ ਭਿੱਜੀਆਂ ਹੋਈਆਂ, ਪ੍ਰੇਮ ਨਾਲ ਸਰਸਾਹਤ ਹੋਈਆਂ, ਪ੍ਰਭੂ ਦੇ ਮਿਲਣੇ ਦਾ ਚਾਅ ਲੈ ਕੇ ਇੱਛੁਕ ਹੋਈਆਂ ਪਿਆਰੀਆਂ ਆਤਮਾਵਾਂ, ਕਹਿਣ ਤੋਂ ਮੁਰਾਦ ਸਾਧ ਸੰਗਤ ਜੀ, ਆਪ ਸਾਰੇ ਅੱਜ ਸੰਗਰਾਂਦ ਦੇ ਦਿਨ ਨੂੰ ਮੁੱਖ ਰੱਖ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਗੁਰਬਾਣੀ ਦੇ ਅਨਮੋਲ ਕੀਰਤਨ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਖੰਡ ਜਾਪ, ਸਹਿਜ ਪਾਠ, ਗੁਰੂ ਸਾਹਿਬਾਂ ਦੇ ਪਿਆਰਿਆਂ ਦੇ ਪਵਿੱਤਰ ਬਚਨ ਸਰਵਣ ਕਰਕੇ ਹਿਰਦੇ ਦੀ ਸੇਜ ਨੂੰ ਨਿਰਮਲ ਕੀਤਾ ਹੈ, ਤਾਂ ਪਵਿੱਤਰ ਮਨ ਨਾਲ ਹੀ ਉਸ ਮਾਲਕ ਦਾ ਨਾਮ ਲਿਆ ਜਾਂਦਾ ਹੈ। ਜਦੋਂ ਵੀ ਕੋਈ ਘਰ ਵਿੱਚ ਸਾਡੇ ਪ੍ਰਾਹੁਣੇ ਆਉਣੇ ਹੋਣ, ਕੋਈ ਫੰਕਸ਼ਨ ਹੋਵੇ, ਕੋਈ ਪ੍ਰੋਗਰਾਮ ਹੋਵੇ, ਤਾਂ ਆਪਾਂ ਆਪਣੇ ਘਰ ਨੂੰ ਪਹਿਲੇ ਸਾਫ਼ ਕਰੀਦਾ ਹੈ, ਤਿਆਰੀਆਂ ਕਰੀਦੀਆਂ ਹਨ, ਸਫਾਈਆਂ ਕਰੀਦੀਆਂ ਹਨ। ਪ੍ਰਭੂ ਨੂੰ ਮਿਲਣ ਵਾਸਤੇ, ਪਰਮਾਤਮਾ ਦੇ ਦਰਸ਼ਨਾਂ ਦਾ ਚਾਅ ਰੱਖਣਾ ਹੈ, ਤਾਂ ਪਿਆਰਿਓ ਘਰ ਦੀ ਸਫਾਈ, ਝਾੜੂ ਬਹਾਰੀ ਕਰਕੇ, ਸੁਗੰਧੀਆਂ ਲਗਾ ਕੇ, ਕੱਪੜੇ ਸਾਫ਼ ਕਰਕੇ ਕਰ ਸਕਦੇ ਹਾਂ। ਪਰ ਪ੍ਰਭੂ ਦੇ ਘਰ ਵਿੱਚ, ਹਿਰਦੇ ਰੂਪੀ ਘਰ ਵਿੱਚ ਆਉਣ ਵਾਸਤੇ ਗੁਰਮੁਖ ਪਿਆਰਿਆਂ ਦਾ ਸੰਗ ਕਰਨਾ ਔਰ ਨਾਮ ਦੇ ਰੰਗ ਵਿੱਚ ਰੱਤੇ ਜਾਣਾ, ਬਸ ਇਹੀ ਉਸ ਦੇ ਮਿਲਣ ਦੀ ਤਿਆਰੀ ਹੈ। ਆਓ ਸਾਰੇ 2 ਮਿੰਟ ਵਾਸਤੇ ਸਮਾਧੀਆਂ ਲਗਾਓ, ਅੰਤਰ ਆਤਮੇ ਜੁੜੋ, ਨੇਤਰ ਮੀਟੋ, ਇਕਾਗਰ ਹੋਵੋ ਤੇ ਪ੍ਰਭੂ ਦੇ ਨਾਮ ਵਿੱਚ ਭਿੱਜਣਾ ਕਰੋ। ਵਾਹਿਗੁਰੂ ਵਾਹਿਗੁਰੂ, 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 ਧੰਨ ਵਾਹਿਗੁਰੂ, ਧੰਨ ਵਾਹਿਗੁਰੂ, ਧੰਨ ਵਾਹਿਗੁਰੂ, ਧੰਨ ਵਾਹਿਗੁਰੂ, ਤੂੰ ਹੀ ਵਾਹਿਗੁਰੂ, ਤੂੰ ਹੀ ਵਾਹਿਗੁਰੂ, ਤੂੰ ਹੀ ਵਾਹਿਗੁਰੂ, ਤੂੰ ਹੀ ਵਾਹਿਗੁਰੂ, ਆਦਿ ਵਾਹਿਗੁਰੂ, ਜੁਗਾਦਿ ਵਾਹਿਗੁਰੂ, ਆਦਿ ਵਾਹਿਗੁਰੂ, ਜੁਗਾਦਿ ਵਾਹਿਗੁਰੂ, ਹੈਪੀ ਵਾਹਿਗੁਰੂ, ਓਸੀ ਵਾਹਿਗੁਰੂ,
प्रभ का सिमरन सब ते ऊंचा। प्रभ का सिमरन सब ते ऊंचा। प्रभ का सिमरन सब ते ऊंचा। सिमरो सिमर सिमर सुख पावो। 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 सास सास सिमरो गोबिंद। सास सास सिमरो गोबिंद। सास सास सिमरो गोबिंद। सास सास सिमरो गोबिंद। वाहिगुरु वाहे गुरु। वाहिगुरु वाहे गुरु। वाहिगुरु वाहे गुरु। वाहिगुरु वाहे गुरु। तेरा किया मीठा लागे। तेरा किया मीठा लागे। तेरा किया मीठा लागे। तेरा किया मीठा लागे। वाहिगुरु वाहे गुरु। वाहिगुरु वाहे गुरु। वाहिगुरु वाहे गुरु। वाहिगुरु वाहे गुरु। माग मजन संग साधुआं। माग मजन संग साधुआं। माग मजन संग साधुआं। माग मजन संग साधुआं। तोड़ी कर इशनान। वाहिगुरु वाहे गुरु। वाहिगुरु वाहे गुरु। वाहिगुरु वाहे गुरु। वाहिगुरु वाहे गुरु। हर का नाम त्याए सोण। 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 सबनानो कर दान। वाहिगुरु वाहे गुरु। 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 सारी संगत प्यार सहित हाजरी लवाओ। फतेह बुलाओ। वाहिगुरु जी का खालसा। वाहिगुरु जी की फतेह। माग मजन संग साधुआं। तोड़ी कर इशनान। हर का नाम ਧਿਆਏ ਸੁਣ ਤੇ ਸਭਨਾ ਨੂੰ ਕਰਦਾ। ਇਹਦਾ ਕੀ ਫਲ ਹੋਵੇਗਾ? ਜਨਮ ਕਰਮ ਮਲ ਉਤਰੈ ਤੇ ਮਨ ਤੇ ਜਾਏ ਦੇਖੋ ਕਿੱਡਾ ਸੌਖਾ ਸਾਧਨ ਸਤਿਗੁਰਾਂ ਨੇ ਦੱਸਿਆ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੁਛ ਨਹੀਂ ਕਰਨਾ ਆਪਾਂ। ਸਤਿਗੁਰ ਅੱਜ ਦੇ ਦਿਨ ਤੇ ਸਾਨੂੰ ਇਹ ਮੈਸੇਜ ਦਿੰਦੇ ਹਨ, ਉਪਦੇਸ਼ ਦਿੰਦੇ ਹਨ, ਸਨੇਹਾ ਦਿੰਦੇ ਹਨ, ਧੁਰ ਦਰਗਾਹ ਦਾ ਹੁਕਮ ਬਖਸ਼ਿਸ਼ ਕਰਦੇ ਹਨ। ਮਾਗ ਮਜਨ ਸੰਗ ਸਾਧੂਆਂ, ਬਸ ਤੂੰ ਸਾਧੂ ਪਾਸ ਆ ਜਾ।
ਤੂੰ ਸਾਧੂ ਦੀ ਸੰਗਤ ਵਿੱਚ ਬੈਠ ਜਾ ਆ ਕੇ। ਪਿਆਰਿਓ, ਸਾਰੀ ਜ਼ਿੰਦਗੀ ਮਾਘ ਦਾ ਮਹੀਨਾ ਬਣ ਜਾਏਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਸ ਸਾਧੂ ਦੀ ਸੰਗਤ ਦੁਆਰਾ ਜਿਹੜੀ ਹਿਰਦੇ ਵਿੱਚ ਨਾਮ ਦੀ ਕਣੀ ਪ੍ਰਵੇਸ਼ ਕਰ ਗਈ, ਪਿਆਰਿਓ, ਉਹ ਅੰਕੁਰਿਤ ਹੋਏਗੀ। ਕਿਸੇ ਵੇਸ ਭੇਸ ਦਾ ਨਾਮ ਸਾਧੂ ਨਹੀਂ, ਕਿਸੇ ਮਜ਼ਹਬ ਸੁਸਾਇਟੀ ਦਾ ਨਾਮ ਸਾਧੂ ਨਹੀਂ, ਕਿਸੇ ਅਸਥਾਨ ਦਾ ਨਾਮ ਸਾਧੂ ਨਹੀਂ। ਸਾਧੂ ਨਾਮ ਜਪਦਾ ਤੇ ਨਾਮ ਜਪਾਉਂਦਾ ਹੈ। ਕਿਸੇ ਵੇਸ ਵਿੱਚ, ਕਿਸੇ ਭੇਸ ਵਿੱਚ, ਕਿਸੇ ਮਜ਼ਹਬ ਵਿੱਚ, ਕਿਸੇ ਮਿਸ਼ਨ, ਕਿਸੇ ਸੁਸਾਇਟੀ ਵਿੱਚ, ਕਿਸੇ ਧਰਮ ਵਿੱਚ ਵੀ ਹੋ ਸਕਦਾ ਹੈ। ਮੁੱਲਾ ਸ਼ਾਹ ਇਸਲਾਮ ਧਰਮ ਵਿੱਚ ਹੋਇਆ ਹੈ। ਉਹ ਕੋਈ ਸ਼ਾਇਰ ਨਹੀਂ ਹੋਇਆ ਕੱਲਾ। ਬੜੇ ਬੜੇ ਸ਼ਾਇਰ ਨੇ, ਸ਼ਾਇਰੀ ਲਿਖਦੇ ਨੇ, ਐਨ ਲੋਕਾਂ ਨੂੰ ਟਿਕਾ ਕੇ ਰੱਖ ਦਿੰਦੇ ਹਨ। ਬੁੱਲਾ ਕੱਲੀ ਸ਼ਾਇਰੀ ਨਹੀਂ ਕਰਦਾ, ਤੇ ਯਾਦ ਰੱਖਿਓ ਬੁੱਲਾ ਮੁਸਲਮਾਨ ਵੀ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੌਣ ਹਿੰਦੂ, ਕੌਣ ਸਿੱਖ, ਕੌਣ ਈਸਾਈ, ਕੌਣ ਮੁਸਲਮਾਨ, ਪਰਮਾਤਮਾ ਨੇ ਸਾਨੂੰ ਭੇਜਿਆ ਹੈ ਇਨਸਾਨ ਬਣਾ ਕੇ। ਨਾ ਹਿੰਦੂ, ਨਾ ਮੁਸਲਮਾਨ, ਨਾ ਸਿੱਖ, ਨਾ ਈਸਾਈ। ਸ਼ਾਇਦ ਮਜ਼ਹਬੀ ਵਾਦ ਕਰਕੇ ਕਈ ਗੱਲਾਂ ਨਾਲ ਆਪਣੀ ਸਹਿਮਤੀ ਨਹੀਂ ਬਣਦੀ ਸਾਡੀ ਵਿਚਾਰਾਂ ਨਾਲ। ਪਰਮਾਤਮਾ ਨੇ ਇਨਸਾਨ ਭੇਜਿਆ ਹੈ। ਪਾਂਚ ਤਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ। ਪਿਆਰਿਓ, ਕਿਸੇ ਨੂੰ 6 ਤੱਤਾਂ ਦੀ ਮਿੱਟੀ ਨਹੀਂ ਲੱਗੀ, ਕਿਸੇ ਨੂੰ 4 ਤੱਤਾਂ ਦੀ ਇੱਕ ਘੱਟ ਨਹੀਂ ਲੱਗੀ, ਕਿਸੇ ਨੂੰ 2 ਤੱਤਾਂ ਦੀ ਮਿੱਟੀ ਨੀਵੀਂ ਜਾਤ ਵਾਲਿਆਂ ਨੂੰ ਨਹੀਂ ਲੱਗੀ। ਵੇ ਇਹਨਾਂ ਨੂੰ ਤਾਂ ਮਿੱਟੀ 2 ਤੱਤਾਂ ਦੀ ਲੱਗੀ, ਆਪਾਂ 5 ਦੇ ਬਣੇ। ਇੱਥੇ ਨਾ ਕੋਈ ਮਜ਼੍ਹਬੀ ਹੈ, ਨਾ ਕੋਈ ਜੱਟ ਹੈ, ਨਾ ਕੋਈ ਨਾਈ ਹੈ, ਨਾ ਕੋਈ ਛੀਂਬਾ ਹੈ, ਨਾ ਕੋਈ ਝੀਰ ਹੈ। ਇਹ ਤਾਂ ਸਭ ਕੁਝ ਧਰਤੀ ਤੇ ਆ ਕੇ ਆਪਣੇ ਆਪ ਸਭ ਬਣਾ ਲਈਦਾ ਹੈ। ਅੰਮ੍ਰਿਤ ਛਕਾਉਣ ਦਾ ਕੀ ਪ੍ਰਯੋਜਨ ਸੀ? ਸਤਿਗੁਰਾਂ ਨੂੰ ਗੁਰਬਾਣੀ ਉਚਾਰਨ ਦਾ ਕੀ ਮਤਲਬ ਸੀ? ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਸ ਜਿਹੜਾ ਮਰਦਾਨਾ ਰਹਿੰਦਾ ਸੀ, ਉਹਦੀ ਕਿਹੜੀ ਜਾਤ ਸੀ? ਮਰਾਸੀ। ਤੇ ਜਿਹੜਾ ਬਾਲਾ ਰਹਿੰਦਾ ਸੀ, ਉਹਦੀ ਕਿਹੜੀ ਜਾਤ ਸੀ? ਸੰਧੂ, ਜੱਟ। ਪਰ ਧੰਨ ਗੁਰੂ ਨਾਨਕ ਦੇ ਦੋਨੋਂ ਪੂਰਨ ਸਿੱਖ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਾ ਕੋਈ ਸੰਸੀ ਤੇ ਨਾ ਕੋਈ ਜੱਟ। ਸਾਧ ਸੰਗਤ, ਗੁਰੂ ਨਾਨਕ ਦੇ ਸਿੱਖ ਹੋਏ। ਗੁਰੂ ਘਰ ਦੇ ਕਈ ਮੁਸਲਮਾਨ ਸਿੱਖ ਹੋਏ ਨੇ। ਸਤਿਕਾਰਯੋਗ ਸਾਧ ਸੰਗਤ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਸੰਸਾਰ ਅੰਦਰ ਆ ਕੇ ਸਾਨੂੰ ਗਿਆਨ ਦਿੱਤਾ ਹੈ, ਉਹ ਇੱਕ ਸੂਰਜਾਂ ਦੇ ਸੂਰਜਾਂ ਦੀ ਨਿਆਈ ਹੈ। ਸੂਰਜ ਸਭ ਨੂੰ ਪ੍ਰਕਾਸ਼ ਦਿੰਦਾ ਹੈ। ਨਾ ਕੋਈ ਉੱਚੀ ਜਾਤ, ਨਾ ਕੋਈ ਨੀਵੀਂ ਜਾਤ, ਸਾਰਿਆਂ ਵਾਸਤੇ ਸੂਰਜ ਇੱਕੋ, ਰੁੱਤ ਅਨੇਕ। ਸੂਰਜ ਇੱਕ ਹੈ, ਰੁੱਤਾਂ ਵੱਖਰੀਆਂ ਵੱਖਰੀਆਂ ਨੇ, ਗ੍ਰੰਥ ਵੱਖਰੇ ਵੱਖਰੇ ਨੇ, ਪਰ ਸਗਲ ਮਤਾਂਤ ਕੇਵਲ ਹਰਿ ਨਾਮ, ਕੇਵਲ ਹਰਿ ਨਾਮ। ਤੇ ਸੱਚੇ ਪਾਤਸ਼ਾਹ ਕਹਿੰਦੇ ਗੋਬਿੰਦ ਭਗਤ ਕੇ ਮਨ ਬਿਸਰਾ। ਜਿਹੜੇ ਗੋਬਿੰਦ ਦੇ ਭਗਤ ਨੇ
ਹੁਣ ਉਹਨਾਂ ਦਾ ਕਿਹੜਾ ਅਸੀਂ ਦੇਖਾਂਗੇ ਵੀ ਲਿਬਾਸ। ਹੁਣ ਭਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਵੀ ਹੋਏ ਨੇ, ਜਿਨ੍ਹਾਂ ਭਗਤਾਂ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਲਿਖੀ ਹੈ। ਤੇ ਇਹ ਤੇ ਅਨਾਦਿ ਕਾਲ ਤੋਂ ਸ੍ਰਿਸ਼ਟੀ ਚਲੀ ਆਈ, ਸੰਸਾਰ ਤੇ ਕਿਤੇ ਭਗਤਾਂ ਦੀ ਕਮੀ ਹੈ। ਮਹਾਤਮਾ ਬੁੱਧ, ਮਹਾਵੀਰ, ਇਹ ਵੀ ਇੱਕ ਬੜੇ ਉਸ ਪਰਮਾਤਮਾ ਦੇ ਸੱਚੇ ਸੁੱਚੇ ਭਗਤ ਹੋਏ ਨੇ। ਸਤਿਕਾਰਯੋਗ ਸਾਧ ਸੰਗਤ ਬੜੇ ਬੜੇ ਕਾਮਲ ਜਿਹੜੇ ਹੋਏ ਨੇ ਮਹਾਤਮਾ, ਕੋਈ ਕਿਸੇ ਮਜ਼ਹਬ ਵਿੱਚ, ਕੋਈ ਕਿਸੇ ਧਰਮ ਵਿੱਚ ਹੋਏ ਨੇ, ਪਰ ਵਾਸਤਵਿਕ ਤੌਰ ਤੇ ਭਗਤਾਂ ਦਾ ਤੇ ਸੰਤਾਂ ਦਾ, ਮਹਾਂਪੁਰਖਾਂ ਦਾ ਕੋਈ ਮਜ਼ਹਬ ਨਹੀਂ ਹੁੰਦਾ। ਸਭਨਾ ਸਾਂਝੀ ਵਾਲ ਸਦਾਇਨ, ਕੋਏ ਨਾ ਦਿਸੈ ਬਾਹਰਾ ਜੀਓ। ਸਤਿਗੁਰ ਸੱਚੇ ਪਾਤਸ਼ਾਹ ਨੇ ਖੰਡੇ ਬਾਟੇ ਦੀ ਪਾਹੁਲ ਦਿੱਤੀ, ਜਾਤ ਪਾਤ ਤੋਂ ਉੱਚਾ ਚੁੱਕਿਆ। ਜਿਹੜਾ ਅੱਜ ਵੀ ਅਸੀਂ ਜਾਤਾਂ ਪਾਤਾਂ ਤੋਂ ਉੱਚੇ ਨਹੀਂ ਉੱਠੇ, ਅਜੇ ਵੀ ਗੁਰੂਆਂ ਦੇ ਬਚਨਾਂ ਨੂੰ ਨਹੀਂ ਮੰਨਿਆ। ਇਨਸਾਨ ਦੀ ਕਿਰਤ ਦੇਖਣੀ ਚਾਹੀਦੀ ਹੈ, ਨਾ ਕਿ ਜਾਤ ਵੇਖਣੀ ਚਾਹੀਦੀ ਹੈ। ਤੇ ਗੁਰੂ ਮਹਾਰਾਜ ਤੇ ਕਹਿੰਦੇ ਜਾਤ ਕਾ ਗਰਭ ਨਾ ਕਰ, ਤੇ ਜਿਹੜਾ ਕਰਦਾ ਕਹਿੰਦੇ ਮੂਰਖ ਗਵਾਰ। ਇਸ ਵਾਸਤੇ ਪਿਆਰਿਓ, ਤੀਰਥ ਸਾਡੇ ਸਾਰਿਆਂ ਦੇ ਸਾਂਝੇ ਹਨ। ਹਰਿਦੁਆਰ ਤੀਰਥ ਹੋਵੇ, ਪਿੱਛੇ ਕੁੰਭ ਦਾ ਸਮਾਂ ਸੀ, ਕੁਛ ਟਕਸਾਲ ਦੇ ਮਹਾਂਪੁਰਖ ਕੁੰਭ ਤੇ ਗਏ, ਤੇ ਉਸ ਸਮੇਂ ਕੁਛ ਚਰਚਾਵਾਂ ਚੱਲੀਆਂ ਸੀ, ਇਹ ਤੇ ਹਿੰਦੂਆਂ ਦਾ ਤੀਰਥ ਹੈ, ਇੱਥੇ ਸਿੱਖਾਂ ਦਾ ਕੀ ਕੰਮ। ਤੇ ਫਿਰ ਜਿਹੜੇ ਸਿੱਖਾਂ ਦੇ ਤੀਰਥ ਨੇ, ਇੱਥੇ ਫਿਰ ਹਿੰਦੂਆਂ ਦਾ ਕੀ ਕੰਮ। ਤੇ ਫਿਰ ਤਾਂ ਮਜ਼ਹਬੀਵਾਦ ਹੋ ਗਿਆ ਨਾ ਪਿਆਰਿਓ। ਤੇ ਗੁਰੂ ਮਹਾਰਾਜ ਕਹਿੰਦੇ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚੌਬਾਰੇ। ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸੇਈ ਨਗਰ ਉਜਾੜੀ ਜੀਓ। ਉਜੜੇ ਹੋਏ ਲੋਕ ਤੇ ਉਜੜੇ ਹੋਏ ਪਿੰਡ ਤੇ ਉਜੜੇ ਹੋਏ ਇਲਾਕੇ, ਜਿੱਥੇ ਪ੍ਰਭੂ ਪਰਮਾਤਮਾ ਦਾ ਨਾਮ ਹੈ ਨਹੀਂ। ਉਹ ਭਾਵੇਂ ਗੰਗਾ ਦਾ ਤੱਟ ਹੋਵੇ, ਉਹ ਭਾਵੇਂ ਸਾਡੇ ਮਹਾਨ ਤੀਰਥ ਹੋਣ। ਹੁਣ ਗੁਰਦੁਆਰੇ ਵਿੱਚ ਜੇ ਗੁਰੂ ਦਾ ਨਾਮ ਨਹੀਂ, ਗੁਰਦੁਆਰੇ ਵਿੱਚ ਗੁਰੂ ਦੀ ਬਾਣੀ ਦਾ ਕੀਰਤਨ ਨਹੀਂ, ਗੁਰਦੁਆਰੇ ਵਿੱਚ ਗੁਰੂ ਕੀ ਬਾਣੀ ਦੀ ਕਥਾ ਨਹੀਂ, ਤੇ ਫਿਰ ਇੱਕ ਚਾਰ ਦੀਵਾਰੀ ਹੈ, ਗੁਰਦੁਆਰਾ ਨਹੀਂ। ਇੱਕ ਦੁਕਾਨਦਾਰੀ ਹੈ, ਗੁਰਦੁਆਰਾ ਨਹੀਂ। ਤੇ ਗੁਰੂ ਮਹਾਰਾਜ ਗੁਰਦੁਆਰੇ ਵਿੱਚੋਂ ਸਿੱਖਾਂ ਨੂੰ ਕੀ ਦਿੰਦੇ ਨੇ? ਗੁਰਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਅੱਛਾ ਹੋਏ ਸੀ। ਅੱਜ ਮਾਘੀ ਦਾ ਮੇਲਾ ਮੁਕਤਸਰ ਵਿੱਚ ਬਹੁਤ ਵੱਡੀ ਪੱਧਰ ਤੇ ਹੈ। ਤੇ ਕੱਲ ਮੈਂ ਕੁਦਰਤੀ ਅਖਬਾਰ ਮੇਰੇ ਅੱਗੇ ਰੱਖੀ ਤੇ ਉਹ ਸੁਰਖੀ ਵੇਖੀ ਵੀ ਹੁਣ ਮਾਘੀ ਦੇ ਮੇਲੇ ਤੇ ਬਈ ਖੂਬ ਮੇਲਾ ਲੱਗਣਾ, ਪਰ ਲੱਗਣਾ ਕਿੱਥੇ ਹੈ? ਸਿਆਸੀਆਂ ਦੇ ਪੰਡਾਲਾਂ ਦੇ ਵਿੱਚ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪੜ੍ਹੀ ਹੋਣੀ ਕੱਲ ਦੀ ਅਖਬਾਰ। ਮੇਲਾ ਕਹਿੰਦੇ ਅੱਗੇ ਨਹੀਂ ਇਹੋ ਜਿਹਾ ਵੇਖਿਆ ਹੋਣਾ, ਹੁਣ ਤੇ ਪੀਲੀਆਂ ਪੱਗਾਂ ਵਾਲੇ ਪੰਡਾਲਾਂ 'ਚ ਭਰੇ ਹੋਣਗੇ, ਕਿਉਂਕਿ ਉਹ ਆਪੋ ਆਪਣੀ ਕਸ਼ਮਕਸ਼ ਹੈ ਨਾ, ਆਪੋ ਆਪਣੀ ਤਿਆਰੀ ਕੀਤੀ ਜਾਂਦੀ ਹੈ। ਇਹ ਮੇਲਾ ਮਾਘੀ ਦਾ ਨਹੀਂ, ਇਹ ਰੌਲਾ ਗੌਲਾ ਹੈ। ਗੁਰੂ ਮਹਾਰਾਜ ਕਹਿੰਦੇ ਜਲ ਕੇ ਮੱਜਨ ਜੇ ਗਤ ਹੋਵੇ ਤਾਂ ਨਿਤ ਨਿਤ ਮੇਂਢਕ ਨਹਾਵੇ। ਤੇ ਜਿਹੜੇ ਉਹਨਾਂ ਪੰਡਾਲਾਂ 'ਚ ਨਾਮ ਹੀ ਬਹਿਣ, ਮਾਘੀ ਗੁਰਦੁਆਰੇ ਮੁਕਤਸਰ ਵਿੱਚ ਵੀ ਚਲੇ ਜਾਣ,
ਤੇ ਇਸ਼ਨਾਨ ਕਰਕੇ ਲੰਗਰ ਪਾਣੀ ਛਕ ਕੇ ਘੁੰਮ ਘੰਮ ਕੇ ਵਾਪਸ ਆ ਜਾਣ ਤੇ ਮਹਾਰਾਜ ਆਂਦੇ ਡੱਡੂ ਤੋਂ ਵੱਧ ਨਹੀਂ ਗਏ। ਜਲ ਕੇ ਮੱਜਨ ਜੇ ਗਤ ਹੋਵੇ ਤੇ ਨਿਤ ਨਿਤ ਮੇਂਢਕ ਨਹਾਵੇ। ਮੇਂਢਕ ਕਿਹਨੂੰ ਕਹਿੰਦੇ? ਡੱਡੂ ਨੂੰ। ਜੈਸੇ ਮੇਂਢਕ ਤੈਸੇ ਓਏ ਨਰ ਤੇ ਫਿਰ ਜੋਨੀ ਆਵੇ। ਜੇ ਜਲ ਦੇ ਇਸ਼ਨਾਨ ਨਾਲ ਹੀ ਕਿਤੇ ਗਤੀ ਹੋ ਜਾਏ ਫਿਰ ਆਂਦੇ ਵੀ ਡੱਡੂ ਜਿਹੜਾ ਨਾ ਉਹ ਮੁਕਤ ਹੋ ਜਾਣਾ ਚਾਹੀਦਾ। ਮੱਛੀਆਂ ਨੂੰ ਤੇ ਫਿਰ ਮੁਕਤ ਹੋ ਜਾਣਾ ਚਾਹੀਦਾ। ਇਸ ਕਰਕੇ ਪਿਆਰਿਓ ਸਰੋਵਰ ਹੈ ਸਾਧ ਸੰਗਤ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਸ਼ਹੀਦਾਂ ਦੀ ਯਾਦ ਵਿੱਚ ਮਹਾਨ ਤੀਰਥ ਮੁਕਤਸਰ ਸਾਹਿਬ, ਜਿੱਥੇ ਅੱਜ ਦੇ ਦਿਨ ਸੰਗਤਾਂ ਜਾ ਕੇ ਦੀਵਾਨ 'ਚ ਬੈਠਦੀਆਂ ਹੋਣਗੀਆਂ। ਕਲਗੀਆਂ ਵਾਲੇ ਪਾਤਸ਼ਾਹ ਦੇ ਉਹਨਾਂ ਪਰਉਪਕਾਰਾਂ ਨੂੰ ਯਾਦ ਕਰਦੀਆਂ ਹੋਣਗੀਆਂ। ਉਹਨਾਂ ਦੀ ਸੱਚੀ ਸੁੱਚੀ ਹਾਜ਼ਰੀ ਸੱਚਖੰਡ ਵਿੱਚ ਲੱਗੇਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਇਸ ਅਸਥਾਨ ਤੇ ਬੈਠ ਕੇ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਜੇ ਅਸੀਂ ਕਥਾ ਕੀਰਤਨ, ਆ ਮੁਕਤਸਰ ਤੋਂ ਸੰਗਤ ਆਈ ਹੈ ਕਾਫੀ। ਹੁਣ ਇੱਥੋਂ ਸੰਗਤਾਂ ਗਈਆਂ ਨੇ ਮੁਕਤਸਰ, ਤੇ ਮੁਕਤਸਰ ਇਲਾਕੇ ਚੋਂ ਸੰਗਤਾਂ ਆਈਆਂ ਨੇ ਇੱਥੇ। ਜਿਹੜੇ ਰਹਿੰਦੇ ਨੇ ਹਜੂਰ ਸਾਹਿਬ ਉਹ ਸੱਚਖੰਡ ਕਹਿੰਦੇ ਹਰਮੰਦਰ ਸਾਹਿਬ ਆ, ਤੇ ਜਿਹੜੇ ਹਰਮੰਦਰ ਸਾਹਿਬ ਦੇ ਇਰਦ ਗਿਰਦ ਕਹਿੰਦੇ ਸੱਚਖੰਡ ਹਜੂਰ ਸਾਹਿਬ ਜਾਣਾ। ਤੇ ਦੇਖਿਆ ਜਾਏ ਸੱਚਖੰਡ ਕਿੱਥੇ ਹੈ? ਹਜੂਰ ਸਾਹਿਬ ਵਾਲੇ ਕਈ ਤਿਆਰੀਆਂ ਕਰਦੇ ਨੇ ਵੀ ਆਪਾਂ ਕਿਤੇ ਟਾਈਮ ਲੱਗੇ ਤੇ ਅੰਮ੍ਰਿਤਸਰ ਚੱਲੀਏ, ਕਿਤੇ ਸਮਾਂ ਬਣੇ ਤੇ ਅੰਮ੍ਰਿਤਸਰ ਚੱਲੀਏ। ਆਪਾਂ ਵੀ ਕਈ ਸਾਲ ਇਰਾਦੇ ਬਣਾਉਂਦੇ ਰਹੀਦਾ ਕਿਤੇ ਹਜੂਰ ਸਾਹਿਬ ਚੱਲੀਏ, ਸੱਚਖੰਡ ਕਿਤੇ ਹਜੂਰ ਸਾਹਿਬ ਚੱਲੀਏ। ਉਹ ਹਜੂਰ ਸਾਹਿਬ ਉੱਥੇ ਆ ਜਿੱਥੇ ਹਜੂਰ ਹੈ, ਤੇ ਹਜੂਰ ਕਿੱਥੇ ਨਹੀਂ। ਹਾਜ਼ਰਾ ਹਜੂਰ ਹੈ ਕਿ ਜ਼ਾਹਿਰਾ ਜ਼ਰੂਰ ਹੈ। ਤੇ ਸੱਚਖੰਡ ਵਸੈ ਜਿੱਥੇ ਨਿਰੰਕਾਰ ਦਾ ਵਾਸਾ, ਉੱਥੇ ਸੱਚਖੰਡ ਹੈ। ਤੁਸੀਂ ਇੱਥੇ ਬੈਠੇ ਹੋ ਪਰ ਤੁਹਾਡੀਆਂ ਹਾਜ਼ਰੀਆਂ ਮੁਕਤਸਰ ਵਿਖੇ ਲੱਗਣਗੀਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂਕਿ ਜੁੜਨਾ ਤਾਂ ਆਪਾਂ ਗੁਰੂ ਕੀ ਬਾਣੀ ਨਾਲ, ਜੁੜਨਾ ਤੇ ਗੁਰੂ ਕੇ ਜਸ ਨਾਲ ਹੈ। ਲੈਣੀ ਤਾਂ ਗੁਰੂ ਕੀ ਮੱਤ ਹੈ। ਚਾਹੇ ਮੁਕਤਸਰ ਜਾ ਕੇ ਲੈ ਲਓ, ਚਾਹੇ ਅੰਮ੍ਰਿਤਸਰ ਹਰਮੰਦਰ ਸਾਹਿਬ ਜਾ ਕੇ ਲੈ ਲਓ, ਚਾਹੇ ਹਜੂਰ ਸਾਹਿਬ ਜਾ ਕੇ ਲੈ ਲਓ। ਤੇ ਜੇ ਜਾ ਕੇ ਉੱਥੇ ਕਮਰੇ ਹੀ ਵੇਖਦੇ ਰਹੇ ਵੀ ਹਜੂਰ ਸਾਹਿਬ ਆਏ ਆ, ਇੱਥੇ ਕਮਰਾ ਮਿਲੇ ਵਧੀਆ, ਜਿਹੜਾ ਬੈੱਡ ਹੋਵੇ ਸੋਹਣਾ, ਵਾਸ਼ਰੂਮ ਹੋਵੇ ਲਿਸ਼ਕਦਾ, ਤੇ ਫਿਰ ਤਾਂ ਹੋਟਲ 'ਚ ਆਏ ਆ, ਸੱਚਖੰਡ ਹਜੂਰ ਸਾਹਿਬ 'ਚ ਨਹੀਂ ਆਏ। ਤੇ ਵੇਖਦੇ ਆਪਾਂ ਇਹੋ ਹੀ ਆ ਵੀ ਚੰਗਾ ਕਮਰਾ ਮਿਲ ਜਾਏ। ਬਹੁਤਿਆਂ ਦੀਆਂ ਤਾਂ ਫਰਮੈਸ਼ਾਂ ਹੀ ਹੁੰਦੀਆਂ ਨੇ। ਆਏ ਮੁਕੁੰਦ ਸਾਹਿਬ ਬਹੁਤ ਫਰਮੈਸ਼ੀ ਕਮਰੇ ਨੇ ਜਿਹੜੇ ਕਿ ਸੰਗਤਾਂ ਨੂੰ ਨਹੀਂ ਮਿਲਦੇ, ਉਹ ਫੋਨ ਵਾਲਿਆਂ ਫਰਮੈਸ਼ੀਆਂ ਨੂੰ ਮਿਲਦੇ ਨੇ। ਬਸ ਜਾਂਦੇ ਉਹਨਾਂ ਦੇ ਖੋਲ ਦਿੰਦੇ ਨੇ। ਮੈਂ ਆਨਾ ਜੇ ਬਾਕੀ ਜਗ੍ਹਾ ਤੇ ਸਹੁਰਿਓ ਹੇਰਾ ਫੇਰੀ ਚੱਲਦੀ ਆ, ਗੁਰੂ ਘਰਾਂ 'ਚ ਕਿਹੜੀ ਘੱਟ ਆ, ਉੱਥੇ ਵੀ ਉਹੀ ਹਾਲ। ਤੇ ਫਿਰ ਅਸੀਂ ਗੁਰੂ ਘਰ ਮਾਰਕੀਟਾਂ ਨਹੀਂ ਬਣਾਤੀਆਂ। ਇਸ ਵਾਸਤੇ ਗੁਰੂ ਘਰ ਵਿੱਚ ਸੰਗਤ ਦਾ ਸਤਿਕਾਰ, ਗੁਰੂ ਘਰ ਵਿੱਚ ਨੇਮ ਕਾਨੂੰਨ ਕਾਇਦਾ। ਹੁਣ ਤੁਸੀਂ ਇੱਥੇ ਬੈਠੇ ਹੋ, ਜੇ ਆਪੋ ਆਪਣੀਆਂ ਗੱਲਾਂ ਹੀ ਮਾਰੀ ਜਾਓ, ਰੌਲਾ ਹੀ ਪਾਈ ਜਾਓ, ਢਾਣੀਆਂ ਬਣਾ ਕੇ ਬੈਠੇ ਹੋਵੋ, ਬਾਹਰ ਲੱਗੀਆਂ ਹੁਣ ਦੁਕਾਨਾਂ ਗੋਲ ਗੱਪਿਆਂ ਤੇ ਜਲੇਬੀਆਂ ਦੀਆਂ ਤੇ ਹੋਰ ਪਕੌੜਿਆਂ ਦੀਆਂ, ਤੇ ਤੁਸੀਂ ਇੱਥੇ ਥੋੜੀ ਬੈਠਣਾ। ਫਿਰ ਤਾਂ ਆਪਾਂ ਨਿਆਣਿਆਂ ਨੇ ਵਜਾਈ ਜਾਣੀਆਂ ਤੂਤੀਆਂ, ਤੇ ਆਪਾਂ ਖਰੀਦੀ ਜਾਣੀਆਂ ਵੰਗਾਂ ਤੇ ਪਕੌੜੇ ਤੇ ਜਲੇਬੀਆਂ। ਮੇਲਾ ਬੜਾ ਬਾਬਿਆਂ ਦਾ ਲੱਗਾ, ਤੇ ਬਹੁਤੇ ਬਾਬਿਆਂ ਦੇ ਮੇਲੇ ਇਸ ਤਰ੍ਹਾਂ ਦੇ ਹੀ ਨੇ। ਤੇ ਤੁਹਾਨੂੰ ਪਤਾ ਵੀ ਅਸੀਂ ਇੱਕ ਦੁਕਾਨ ਨਹੀਂ ਕਦੇ ਲੱਗਣ ਦਿੱਤੀ ਸਾਰੇ ਸਮਾਗਮਾਂ 'ਚ। ਉਹਦਾ ਕਾਰਨ ਕਿ ਆਪਾਂ ਲੈਣ ਕੀ ਆਏ, ਪਕੌੜੇ ਤੇ ਸਾਰੇ ਘਰੇ ਬਣਾ ਲੈਣੇ ਨੇ। ਤੁਸੀਂ ਜਲੇਬੀਆਂ ਤਾਂ ਤੁਸੀਂ ਬਾਜ਼ਾਰ 'ਚੋਂ ਜਿੱਥੋਂ ਮਰਜ਼ੀ ਖਾ ਲਿਓ। ਜੋ ਲੈਣ ਆਏ ਆ ਇੱਥੇ ਉਹ ਗੁਰੂ ਕੀ ਬਖਸ਼ਿਸ਼। ਇਸ ਵਾਸਤੇ ਅੱਜ ਮਾਘ ਦਾ ਦਿਨ, ਸਾਰੇ ਮਹੀਨੇ ਪਵਿੱਤਰ ਨੇ, ਸਾਰੇ ਦਿਨ ਪਵਿੱਤਰ ਨੇ, ਸਾਰੇ ਸਾਲ ਪਵਿੱਤਰ ਨੇ। ਮੈਂ ਤਾਂ ਸਵੇਰੇ ਵੀ ਆਪਣੇ ਫੌਜੀ ਸਿੰਘ ਨਾਲ ਗੱਲ ਕਰ ਰਿਹਾ ਸੀ ਵੀ ਅਸੀਂ ਕਹਿੰਦੇ ਹੈਪੀ ਨਿਊ ਈਅਰ, ਹੈਪੀ ਨਿਊ ਈਅਰ, ਹੈਪੀ ਨਿਊ ਈਅਰ, ਵੀ ਨਵਾਂ ਸਾਲ ਚੜਿਆ, ਨਵਾਂ ਸਾਲ ਚੜਿਆ।
है तो एक दिन ही है ना, तो नवा वीक चढ़े तो क्यों नहीं हैप्पी हैप्पी वीक कह देंगे, हैप्पी मंथ क्यों नहीं कह देंगे, हैप्पी न्यू ईयर, नवा साल चढ़िया। तो फिर बड़ा टीवी चैनलों ते कहा जाता भी नवा साल चढ़िया तो कोई नवा काम करना चाहिए। इत्थे चैनल वाले साडे को आए सी, कहंदे सी नवें साल का कोई संगत नूं मैसेज दिओ। मैं कहा भरावो नशे ही इत्थे इन्ने ज़्यादा ने भी नशियां नाल दुनिया का बेड़ा बैठा पिया। जे जरूरी मैसेज लैना है तो संगतां नूं बेनती करांगे भी झूठे नशे छड्डो, नाम का नशा आ 2011 तो शुरू करो। आखो सतनाम श्री वाहिगुरू। जे नवें साल की गल करते हो तो साध संगत खुशी का दिन वो हुंदा है जिस दिन सानू परमात्मा चेते आ जाए। साई घड़ी शौ नाल विहावै, जिहड़ी अपने पति नाल, मालक नाल, शौ नाल, गुरु नाल, प्यारे नाल घड़ी निभ जाए। पिछली उम्र अजाई बीती, भाई नंद लाल कहंदा पिछली उम्र अजाई बीती, हर की भगत ना कीती, हुण अगे भाई नंद लाला समझ चलो जो बीती सो बीती। क्योंकि कलगीधर साहब श्री गुरु गोबिंद सिंह महाराज के चरणों च आनंदपुर साहब विखे भाई नंद लाल आया, कहंदा भी बड़े डेरे वेखे, बड़े अस्थान वेखे, बड़े तीर्थ वेखे, राज जाके शांति आई है कि कलगीधर साहब श्री गुरु गोबिंद सिंह पातशाह दे पवित्र दर्शन होए हैं। और इन्हां दर्शनां ने मेरे अंदर खुशी बख्शिश की है। कहबे को शोभा नहीं देखा ही दशमेश जी का सानी, दशमेश जी का सानी कोई दूसरा ना होगा, आगे हुआ ना होगा, पाछे हुआ ना देखा। दशमेश जी का सानी, उन्हां दा सादिश, उन्हां दे समान कोई नहीं होना। धन गुरु नानक साहब भी वही स्वरूप ने, गुरु अंगद साहब भी वही स्वरूप ने, पर कलगीधर दी अपनी विचित्र लीला। इस वास्ते प्यारिओ, मीरां दा ते फरीद दा पै गया झगड़ा। मीरां कहंदी है रब सुत्तियां मिलदा, फरीद कहंदा जागियां मिलदा। हुण मीरां नूं मिलिया सुत्तियां ही ते बाबे फरीद नूं मिलिया जाग के। हुण ओह कहंदे आ भी मजे ना सुत्ते रहो, रब बड़ा खुश हुंदा, क्योंकि सुत्तिया ही मिलिया। मीरां मस्त रहिंदी, सुत्ते पए भी याद करती रहना, सुपने भी उन्होंने ठाकुर जी दे आने। ते बाबा फरीद तन सुक्का, पिंजर थिया, तलियां खूने काग, अरदासां करदा है जिस रब ना बौड़ियो देख बंदे दे भाग। वो कहंदा पुट्ठा लट गया 100 कुछ कीता है, रातां झाकियां ने, किते जाके प्रभु दी बख्शिश होई है। हुण कहंदा जाग लियो रे मना, जाग लियो, जागो, सुत्तिया नहीं मिलदा। मेरा कहंदे भी मैनू ते मैं बाहां खड़ियां करके लोकां नूं कहंदी भी मिलिया ते मैनू सौ के मिलिया, सुत्ते पिया दयालू हो गया मेरे ते। हुण जे मीरा कली दे नाल सहमत हो जाइए तो फिर तां आपां नूं सवेरे उठण दी तां मौजा माणो, लम्मियां ताणो, आपे मिलूगा। तो जे बाबे फरीद नाल सहमत होइए तो फिर लगता है भी सुत्तिया नहीं मिलना। फरीदा रात कथूरी वंडी है, सुत्तिया मिले ना पाओ, सुत्तिया नहीं मिलना। ते जिन्ना नैन नींदरावले तिन्ना मिलन गवाओ, जिन्हां दी नींद ऐवां करदे होणगे ना ऐवां, ते फिर भी बैठे रहणगे माला लैके, गुटका भी माड़ा मोटा थल्ले सज्जे खब्बे हो जाए फिर पुट पैणगे, फिर फड़ लैणगे, फिर माला फड़ लैणगे। फिर कहंदे जिन्हां दे नींद अखां दे विच होवे ते सौण ना, उन्हां नूं रब मिलना। पर प्यारिओ
ना जागिया मिलता है ना सुत्या मिलता है, वो अपनी कृपा करके मिलता है। आखो सतनाम श्री वाहिगुरु। इस करके उद्यम करना चाहिए। मैं कह रहा कि ये दो सिद्धांत ने ना। मीरा कहती मैनू एवें बख्शिश हुई है, फरीद कहता मैनू एवें बख्शिश हुई। शुक्र है जे तेनू सौ के ही मिल गया तो हुण तजर्बा ना कर लग जियो, सौ के ही वेखी ते बहुता जागिया भी नहीं मिलता। शरीर नू आराम भी देना चाहिए, बेआराम भी शरीर डाउन हुंदा, इस करके आराम भी करना है और परमात्मा दा नाम भी लेना है और अपनी किरत विरत भी करनी है। इस करके गृहस्थ जीवन में सानू गुरु महाराज ने ये बख्शिशां कीतियां हैं। सो प्यारिओ, बड़े बड़े सिद्धांत इस तरह आउंदे ने, किसी एक पक्ष नूं लैके नहीं चलना चाहिए। सो गुरबाणी की है, गुरबाणी एक ऐसा ज्ञान है कि जिहड़ी सारे प्रमाणा पक्षां नूं संभाल के अपने विच समो के बैठी है। जिहो जिहा जिहदा प्रश्न हुंदा उहो जिहा उहनूं गुरु की बाणी तो उत्तर मिलदा। इस करके बाणी गुरु है बाणी, विच बाणी अमृत सारे। सो अज माघ दा महीना, बहुत तीर्थां ते मेले ते संतां दे स्थानां ते भी खूब मेले, पर मेले मनाउण नालों इस तरह बैठ के साध संगत विच जुड़ के कुछ दो घड़ियां मालक दी चर्चा करनी असल शोभनीक है ते साधु दा संग है। संगरांद वाले दिन जदों असीं उत्थे अंदर बैठे होईदा ते आउंदे ने जगियासू आपो अपनियां कुछ ना कुछ गुफ्तगू करन वास्ते, ते कई दा गुरमुखो अज तुसीं कुछ बोलना नहीं, अज केवल सुनना ही। सो जदों असीं घरों तैयारी करके आउने कोई सुनना, फिर बोलना समाप्त कर दिया करो। फिर तो केवल खाली होके आना है ते इत्थों खुशियां लैके हाँ खाली होना। तो जे घरों पीते आए हैं, घरों खादे आए हैं, तो फिर इत्थे भी शांति। इस करके खाली होना है। भांडा धोए धूप बैस देवो तो दूधे को जाओ। भांडे नूं धोना है, शुद्ध करना है, पवित्र करना है। सो इत्थे आके केवल समाधियां ला के संगरांद वाले दिन गुरु महाराज दे बचनां नूं कीर्तन नूं सरवण करना है। गुरमुख प्यारिਆਂ ने कीर्तन भी कीता है, विचारां सुनाइयां ने। आ बीबियां ने देखो किन्ने जोशीले जोश विच वाहिगुरु 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 वाहिगुरु। बाग दे विच बगीचे दे विच कई तरह के फुल हुंदे ने, सारे ही सोहणे हुंदे क्योंकि परमात्मा दे बनाए हुए ने ना। कोई गुलाब दा, कोई चमेली दा, कोई कलियां दा फुल है, कोई गुलदौदी है, कई तरह के फुल ने। इस तरह ही इन्हां स्टेजां ते गुरु की हजूरी विच कोई कविश्री गा जाता है, कोई कथा द्वारा गुरु का जस गा लैंदा है, कोई कीर्तन द्वारा आनंद लै लैंदा है। ते आपां नूं देखो इस बगीचे विचों कितनी सुंदरता के प्रमाण मिलते हैं। सो ये अज दे दिन का लाभ है। माघ मजन संग ते धूड़ी कर इशनान। हुणे ऋषिराज जी ने दस्या है भी धूड़ी की है। साधुआं महापुरखां दे बचनां विच इशनान करना अथवा उन्हां नूं ग्रहण करना, यही धूड़ी। नहीं तो मैं कई बारी वेखदा हुन्ना भी कई तीर्थां ते जाके उत्थों थल्लों मैटां तो या होर धूड़ी लैके कोई ढिड ते मली जांदा, कोई मूँह ते मली जांदा, कोई सिर ते पा लैंदा है। ते कहंदे साध संगत दी धूड़ है। पर सच्ची धूड़ी इहो ही है प्यारिओ कि बचनां नूं हिरदे च वसाईए ते निमरता नाल जीवन कटीए। हाँ, अपने अंदर निमरता चाहिए है। महापुरखां दे स्थान ते उत्थे गए सी असीं। सो
किन्ना सादा जीवन, किन्ना सिंपल जीवन, किन्ना प्यार। आए गए सतपुरखां नाल, महापुरखां नाल, आओ जी महापुरखो, आओ जी गुरमुखो। कितना जीवन विच निमरता जिहड़ी है। सो निमरता नाल की हुंदा कि अपना आप भी प्यारिओ प्यार नाल भिजा रहिंदा ते आए होए नूं भी मैसेज मिलदा है। ਉਹਦੇ अंदर भी ये निमरता सब तो वड्डा अखर है। गुरबाणी पढ़ो तो पता लगता है निवण सो अखर। पहला अखर निवणा, निमरता, सत्कार, प्यार। आए गए नूं प्यार सत्कार नाल बुलाउणा, नफरत नूं छड्डणा, निवण सो अखर। ते दूसरा खवण गुण। कौड़ा कोई कह जाए उन्होंने खा जाओ, मतलब खत्म कर दिओ, उन्होंने याद ना रखो। ते तीसरा जेबा मणिया, तीसरा अखर है जीभ द्वारा मालक दे नाम दा जाप करो। ये तिन्ना गुणा नाल वाहिगुरू वस विच आ जांदा। ये त्रै भैणे वेस कर तां वस आवी, कंत वस विच आ जाएगा। ये तीन अखर ग्रहण कर लईए, निवण ते खवण ते जेबा मणिया। निमरता नाल वरताओ च आया करो, प्यार नाल आया करो। सो गुरु महाराज कहंदे ने माघ मजन संग तोड़ी कर इशनान। अज दा ये पावन दिन क्यों पावन कह रहा हाँ? अज दे दिन साडे गुरुदेव महाराज जी समात लोक दी धरती ते पिंड टूटो मजारा डिस्ट्रिक्ट हुशियारपुर 1902 दे विच माघी वाले दिन सवेरे 4 बजे इस मात लोक दी धरती ते अवतरत। सत श्री अकाल। सो उन्होंने इस धरती ते आके सारी जिंदगी उस मालक का नाम जपिया ते उस मालक का नाम जपाया। असली संत दी ये निशानी। बड़े अच्छे भाग हैं कि रूड़ियां ते सौण वालियां नूं महलां दे सुपने उन्हां सतपुरखां दी किरपा नाल मिले हैं। असी गुरु नानक साहब नहीं देखे, गुरु नानक साहब का इतिहास पढ़िया है, पर प्यारिओ जे अतकथनी ना करा कि असी इन्हां महापुरखों नूं गुरु नानक का रूप तकिया है। जो गुरु नानक देव महाराज सच्चे पातशाह ने संसार ते आके सच व्यापार करो व्यापारी, दरगह निभै खेप तुम्हारी। सो इन्हां ने उस सच दा व्यापार सारी जिंदगी कीता। थोड़ा चिर पुलिस की नौकरी की, भले समय की BA पढ़े हुए, बड़ी छेती पुलिस की नौकरी मिल गई। बस एवं थोड़ा जा टाइम पुलिस की नौकरी की, छड्ड के आ गए। सत्कारयोग महापुरख महान तपस्वी बीतराग सत्कारयोग श्रीमान संत बाबा हरनाम सिंह जी महापुरखों के चरणों में उन्होंने बख्शिश की, नाम दे जहाजे चढ़ाया। सो उन्होंने इस संसार विच अगे देशों विदेशों विच लखां जीवां नूं
प्रभु भगती वल प्रेरिया, दूसरी कोई गल ही नहीं की। जिन्हां जिन्हां ने महाराज दे दर्शन कीते होणगे उन्हां नूं पता होएगा कि किसे टाइम भी वो दुनियावी गल ना सुनते सी ना करते, कदे जीवन विच वो गुस्से नहीं होए, बड़े बरागी सी। महाराज दे नेत्रां चों हमेशा बराग दा जल वगदा रहिंदा। कोई प्रसंग बराग दा, किते कोई कीर्तन, बराग दी कोई कविश्री, बराग दा कोई कथा दा प्रसंग किते बोल देवे, उन्हां कोलों चलिया नहीं सी। ते बिना वैराग तो विवेक नहीं पैदा होता, बिना वैराग तो मन की शुद्धि नहीं होती। ते सारे दिन विच एक बार रब नूं याद करके बरागी होके अखां चों अथरू आउणे चाहिए। रब दे नाम दे बरागी किसे छिन एक पल भी किते सारी दिहाड़ी विच हो जाओ ते देखो तारा जुड़दियां। वो नाम दे बरागी सन। जदों भी प्रवचन करने, धन गुरु नानक सच्चे पातशाह फलानी जगह ते बैठे साध संगत संगतां नूं उपदेश दे रहे हैं। बस इत्थों कथा शुरू करनी, मूल मंत्र जाप शुरू करना। गुरु नानक साहब ने आ उपदेश दिते। गुरु नानक साहब कोल फलाना जग्यासू आया, गुरु नानक साहब ने फलाने नूं तारिया, घंटा बचन सुना के गुरु नानक देव महाराज ने उपदेश दे के संगतां नूं तारना कीता। बस इत्थे समाप्ति कर देंगे। चुप कर जांदे सी, ना माइक पासे करदे सी, ये बंद हो जाए चलदा रहे, कोई उठ जाए कोई बैठ जाए अपनी मस्ती च। गुरबाणी तो मेरा ख्याल साहब श्री गुरु ग्रंथ साहब सारा ही याद से। वेद शास्त्र प्राण सिमरतियां अनुभव की तो गंगा वगदी सी उन्हां दे। अनुभव विषय तो इतना बोलते सी। आपां ग्रंथ पढ़ते रहे, बड़े ग्रंथ पढ़े, पर उन्हां दियां कई प्रमाण सानू ग्रंथां चों नहीं मिले। इतनी वो महान पवित्र आत्मा और गुरु नानक दा प्रतक्ष स्वरूप, ना उन्हां दे अंदर किसी तरह का लोभ, ना लालच, ना विकार। इस मात लोग दी धरती ते एक निर्लेप विचरते रहे। ना काहू स्यों दोस्ती, ना काहू स्यों वैर। किसे नाल वैर नहीं कमाया, किसे नाल दोस्ती नहीं कीती। बस केवल ते केवल एक मालक नाल अभेद होए। सो 1999 दे विच उस परम जोत विच, मालक दी जोत विच समा गए। 99 साल इस मात लोक दी धरती ते रह के उन्होंने जो जोतां जगाइयां ने, उस जोत दा प्रकाश तुसी भी लै। जो उन्होंने पौधे लगाए ने, उस दा फल तुसी भी खा रहे। इस वास्ते प्यारियो, अगर दिल ना माने तो खुदा कोई कहावत ही नहीं। अगर दिल मान ले तो पत्थर भी खुदा होता। दिल ना मन्ने तो जिथे मर्जी संतां दे स्थानां ते विचरदे रहो, कुछ नहीं बनता। तीर्थ घूमते रहो, कुछ नहीं बनता। मन टिक जाए, मन बेचे सतगुर के पास ते सेवक के कारज रास। इस वास्ते गुरु साहब कहते माग मजन संग साधुआं बहुवाचक पद है। भी साधुआं दी संगत विच आ जा, साधियां होयां दी संगत विच आ जा। जिनके चोले रतड़े प्यारे, रत्ते होए प्यारे नाम विच, जिन्हां दे चोले उन्हां दे पास आ जा जे रब नूं मिलना है। जिनके चोले रतड़े प्यारे। महाराज कहंदे कंत तिना के पास, फिर कहंदे धूड़ तिना की जे मिले जी, कहो नानक की अरदास।
बस यही अरदास है, रत्तियां होयां दी संगत वाहिगुरू बख्श दे, किरपा कर दे। बड़ियां अरदासां करी दियां, बड़ियां सुखना सुखी दियां, पर आ अरदास नहीं करी दी, महाराज रत्तियां होयां दी संगत विच जोड़ दे। महाराज टुट्टी गंढ दे, अज दे दिन ते बख्शिश कर दे। अरदास करिए सच्चे पातशाह, कई जन्मां दे टुट्टे हाँ, रत्तियां होयां नाल जुड़ जाइए। फिर मालक दे दर्शन दूर नहीं, रब दी कृपा दूर नहीं। माघ मजन संग साधुआं तूड़ी कर इशनान, ते हर का नाम ध्याए सुन, ते सबना नो ये भी ड्यूटी साडी है, सारियां दी है। नाम जपना, नाम जपाउणा, ये कल्ले संतां दी ड्यूटी नहीं, जग्यासुआं दी, श्रोतियां दी, साध संगत दी, बीबियां भैणां दी, सब दी ड्यूटी है कि आप नितनेम करना ते दूसरियां नूं हाँ प्रेरणा देनी। हुण कई वारी बापू कहंदा पुੱਤ नशा बहुत माड़ा हुंदा, ते पुत्तर ते तां हटे जे प्यो काबू च आया होवे। जे मां प्यो नितनेम ही ना करदा होवे ते पुੱਤ नूं आखे पुੱਤ सवेरे उठ के थोड़ा पाठ भजन ही कर लिया कर, ते आप कद के जिंदगी च कीता ही ना होवे, ते फिर ओहदे आखे की बनेगा। इस करके आप जपना ते दूसरियां नूं जपाउणा, हर का नाम ध्याए, ते दूसरा महाराज आंदे सुनिया भी कर। कई बारी इत्थे बुलारे आ जाते ने, कई काले पैण गए तो हुण चलो बंद ही कर दिते, ज़्यादा ही कही जाणगे थोड़ी जी कृपा करो बोलण दी, थोड़ा जा टाइम बस 5 मिनट, ते असीं कह दईए भी चलो गुरमुखो थोड़ा चिर सुन ही लो। एक नामधारी बापू आउंदा हुंदा, उहनूं कई वारी कह दईदा भी चल, वो घड़ी मुड़ी पिछे पिछे फिरूगा, उहनूं कहीदा चल तू बह के सुन ला, कहंदा सुनिया बथेरा, असीं ते सुणाउण आए, बहुत सुनिया, मतलब सुन के अक चुके। महाराज आंदे नहीं, एवरी डे सुन, रोज सुन, हर का नाम ध्याए ते सुन, रोज सुनदा रहो, क्योंकि सुन सुन अंधे पावे। सुनिया सिद्ध पीर, सुनिया धरत धवल आकाश, सुनिया दीप लो पाताल, ये सारे इसे करके खलोते हुए ने। मालक दे नाम दी बदौलत सब कुछ खलोता होया, धौल धर्म दया का ते संतोख थाप रखिया जन। नाम जपना ही ते धर्म है, इसे करके धरती खलोती है, सारी धरती पानी ते खलोती है। कई जगह धरती दे थले आग्या, उत्ते वनस्पति हो रही है परमात्मा की लीला। इस वास्ते प्यारिओ, हरि दे नाम नूं ध्याउणा है, हरि दे नाम नूं सुनना है, ते हरि दे नाम दा दान करना है। बहुत लोग विचारे जदों ग्रहण लगा होवे ना, ते उदों कहंदे ने भी दान पुण्य करो, ते वो बेचारे दान लैण वाले भी गलियां झोका देंदे ने, ग्रहण लगा कमलिओ दान कर लो। ये लैण वालिਆਂ ਨੂੰ ग्रहण लगदा ही नहीं सोहरिਆਂ ਨੂੰ, ਜਿਹੜੇ दान लैण डए ने इन्हां ਨੂੰ ग्रहण ही नहीं लगदा। ये ते तुसीं ग्रहणे हो सारे, ये ग्रहण है कोई दान कर लो। फिर साडे बहुत लोग विचारे पता नहीं अपना ग्रहण लाउण वास्ते कहंदे इन्हां ਨੂੰ दान करो, पर गुरु महाराज जी कहंदे ठीक है बई, भुखे नूं भोजन देना दान है, नंगे नूं कपड़ा देना दान है, गरीब दी लड़की दा कन्या दान कर देना दान है, किसे दुखी दी दवाई दारू कर देना दान है, किसे दा बच्चा पढ़ा देना दान है। पर सब तो वड्डा दान, दाना सिर दान, नाम दान। आखो सतनाम श्री वाहिगुरु। वड्डा दाना चो दान, कख भी ना होवे, जेब च कौडी भी ना होवे,
ਤੇ ਐਵੇਂ ਬਹੁਤੀਆਂ ਅਰਦਾਸਾਂ ਨਾ ਕਰਿਆ ਕਰੋ, ਮਹਾਰਾਜ ਜੇਬ ਭਰ ਛੱਡ, ਮਹਾਰਾਜ ਕੁਝ ਹੋਵੇ ਦਿਆਂਗੇ ਨਾ, ਮੰਗਣ ਦੀ ਲੋੜ ਨਹੀਂ। ਮਹਾਰਾਜ ਨਾਮ ਦੀ ਦਾਤ ਦੇ ਦੇ, ਬਸ ਇਹੀ ਖਜ਼ਾਨਾ ਚਾਹੀਦਾ, ਇਹਦੇ ਨਾਲ ਮਾਲੋ ਮਾਲ ਹੋ ਜਾਓ। ਆਪਣੇ ਕੋਲ ਤਾਂ ਕੱਖ ਵੀ ਨਹੀਂ ਸੀ ਜਦੋਂ ਆਏ ਸੀ, ਤੇ ਹੁਣ ਵੀ ਕੱਖ ਨਹੀਂ ਹੈਗਾ ਨਾਮ ਤੋਂ ਬਿਨਾਂ। ਜੋ ਕੁਝ ਹੈਗਾ ਜਦੋਂ ਮਰਜ਼ੀ ਛੱਡ ਜੇ, ਕੋਈ ਪਰਵਾਹ ਨਹੀਂ, ਕੋਈ ਹਉਮੈ ਨਹੀਂ। ਇੱਥੋਂ ਜੇ ਦੂਸਰੇ ਸਥਾਨ ਤੇ ਚੱਲ ਜੇ ਤਾਂ ਇੱਥੋਂ ਦਾ ਫਿਕਰ ਛੁੱਟ ਜਾਂਦਾ, ਬੇਪਰਵਾਹ ਜੀ। ਸੋ ਪਿਆਰਿਓ, ਨਾਮ ਦਾ ਦਾਨ ਗੁਰੂ ਸਾਹਿਬ ਕੋਲ ਕੀ ਹੈ, ਸਾਰੀ ਗੁਰਬਾਣੀ ਪੜ੍ਹ ਲਓ। ਕਹੋ ਨਾਨਕ ਇਹ ਬਿਨ ਹਰ ਭਜਨ ਨਹੀਂ ਛੁਟਕਾਰਾ। ਫਿਰ ਗੁਰੂ ਨੇ ਦਾਨ ਕਾਹਦਾ ਦੇਣਾ? ਨਾਮ ਦਾ ਦਾਨ ਸਿੱਖਾਂ ਨੂੰ ਦੇਣਾ, ਤੇ ਬਾਕੀ ਸੇਵਾ ਨਾਲ ਇਹ ਜਿਹੜਾ ਅੰਤःਕਰਨ ਸ਼ੁੱਧ ਹੁੰਦਾ। ਕਾਰ ਸੇਵਾ ਵਾਲੇ ਮਹਾਂਪੁਰਖ ਜਦੋਂ ਸੇਵਾ ਦੀ ਪ੍ਰੇਰਨਾ ਦਿੰਦੇ ਨੇ, ਮਨ ਦੀ ਸ਼ੁੱਧੀ ਹੁੰਦੀ, ਭਾਂਡਾ ਧੋਤਾ ਜਾਂਦਾ ਤੇ ਨਾਮ ਲੈਣ ਦੇ ਲਾਇਕ ਹੋ ਜਾਂਦਾ। ਇਸ ਕਰਕੇ ਸੇਵਾ ਤੇ ਸਿਮਰਨ ਦੋਨੋਂ ਹੀ ਸਾਡੇ ਪਰ ਨੇ। ਜੇ ਸੇਵਾ ਨਹੀਂ ਕਰਾਂਗੇ ਤੇ ਮਨ ਸ਼ੁੱਧ ਨਹੀਂ ਹੋਵੇਗਾ। ਇੱਥੇ ਬੜੇ ਬੜੇ ਵੱਡੇ ਮਹਾਂਪੁਰਖ ਆਪ ਹੱਥੀਂ ਸੇਵਾ ਕਰਦੇ, ਬੰਦਗੀ ਵੀ ਕਰਦੇ ਨੇ, ਬੰਦਗੀ ਦੀ ਪ੍ਰੇਰਨਾ ਵੀ ਦਿੰਦੇ ਨੇ। ਆ ਦੇਖਿਆ ਕਾਰ ਸੇਵਾ ਵਾਲੇ ਮਹਾਂਪੁਰਖ ਸਵੇਰ ਤੋਂ ਲੈ ਕੇ ਸੇਵਾ ਚੱਲਦੀ ਰਹਿੰਦੀ ਆ। ਸਵੇਰੇ ਤੜਕੇ ਜੂ ਪਿੱਲਰ ਦੇ ਘੇਰੇ ਘੇਰੇ ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ। ਕਿੱਡੀ ਚੰਗੀ ਪ੍ਰਥਾ ਚਲਾਈ ਹੋਈ ਹੈ ਕਿ ਨਾਲੇ ਫਿਰ ਵਾਹਿਗੁਰੂ ਵਾਹਿਗੁਰੂ ਜਾਪ ਹੋਣਾ, ਸੰਗਤਾਂ ਦੀ ਬੈਟਰੀ ਚਾਰਜ ਹੋ ਜਾਣੀ, ਬਸ ਫਿਰ ਸਾਰਾ ਦਿਨ ਟੋਕਰੀ ਧੋਂਦੇ ਨੇ, ਉਹਦੇ ਨਾਲ ਮਨ ਸ਼ੁੱਧ ਸਾਫ਼ ਹੁੰਦਾ ਹੈ। ਸੇਵਾ ਵੀ ਕਰਨੀ ਚਾਹੀਦੀ ਹੈ, ਸਿਮਰਨ ਵੀ ਕਰਨਾ ਚਾਹੀਦਾ ਹੈ। ਇਹ ਸਾਡਾ ਸਾਧ ਸੰਗਤ ਸਾਧਨ ਹੈ, ਸਾਡਾ ਖਜ਼ਾਨਾ ਹੈ। ਤੇ ਇਹਦੇ ਨਾਲ ਹੋਵੇਗਾ ਕਿ ਜਨਮ ਕਰਮ ਮਲ ਉਤਰੈ, ਤੇ ਮਨ ਤੇ ਜਾਏ ਜਨਮਾਂ ਜਨਮਾਂ ਦੀ ਮੈਲ ਉਤਰ ਜਾਏ। ਇਹ ਕਿਸੇ ਹੋਰ ਸਾਧਨ ਨਾਲ ਨਹੀਂ ਉਤਰਨੀ, ਜਨਮਾਂ ਜਨਮਾਂ ਦੀ ਮੈਲ ਉਤਰ ਜਾਏਗੀ। ਕਈ ਵਾਰੀ ਆਪਾਂ ਆਪਣੇ ਮਾਤਾ ਪਿਤਾ ਬਜ਼ੁਰਗਾਂ ਦੇ ਚੜ੍ਹਾਈ ਕਰਨ ਤੇ ਚੰਗੇ ਤਗੜੇ ਭੰਡਾਰੇ ਕਰੀਦੇ ਨੇ, ਚੰਗਾ ਤਗੜਾ ਜਲੇਬੀਆਂ ਤੇ ਕੜਾਹ ਪੂੜੀਆਂ ਕਈ ਸਮਾਨ ਬਣਾਈਦਾ, ਬਾਪੂ ਵੱਡਾ ਕਰੀਦਾ। ਇਹਦੇ ਨਾਲ ਬਾਪੂ ਨੂੰ ਕੀ ਮਿਲਦਾ? ਤੇ ਮੈਂ ਤੇ ਕਈ ਵਾਰੀ ਵੇਖਦਾ ਡੈਡ ਬਾਡੀ ਹੁੰਦੀ ਉਹਦੇ ਮੂੰਹ 'ਚ ਘਿਓ ਤੁੰਨਣਗੇ ਵੀ ਹੁਣ ਤਾਂ ਬੂੰਦ ਨਹੀਂ ਅੰਦਰ ਜਾਣੀ। ਤੇ ਜੀਂਦੇ ਜੀ ਜੇ ਬਾਪੂ ਜੀ ਦੀਆਂ ਲੱਤਾਂ ਘੁੱਟੀਆਂ ਹੋਣ, ਮਾਤਾ ਜੀ ਨੂੰ ਨਮਸਕਾਰ ਕੀਤੀ ਹੋਵੇ, ਜਿਸ ਮਾਤਾ ਨੇ 9 ਮਹੀਨੇ ਆਪਣੇ ਪੇਟ 'ਚ ਰੱਖਿਆ ਤੇ ਫਿਰ ਉਹਨੂੰ ਤੱਤੀ ਹਵਾ ਨਹੀਂ ਲੱਗਣ ਦਿੱਤੀ, ਤੇ ਪਹਿਲੀ ਗੁਰੂ ਮਾਂ ਹੁੰਦੀ ਹੈ। ਮਾਂ ਦੀ ਮਮਤਾ, ਓਹੋ ਬੱਚਾ ਅਮਰੀਕਾ 'ਚ ਬੈਠਾ ਹੋਵੇ ਨਾ ਤੇ ਇੱਥੇ ਕਿਤੇ ਪਾਲਾ ਪਵੇ ਬਹੁਤ, ਤੇ ਮਾਂ ਨੂੰ ਕੰਬਣੀ ਛਿੜ ਜਾਂਦੀ, ਕਹਿੰਦੀ ਕਿਤੇ ਮੇਰੇ ਪੁੱਤ ਨੂੰ ਠੰਡ ਨਾ ਲੱਗਦੀ, ਬੈਠਾ ਅਮਰੀਕਾ ਹੁੰਦਾ। ਸੋ ਇਸ ਵਾਸਤੇ ਪਿਆਰਿਓ, ਮਾਤਾ ਪਿਤਾ ਦੀ ਸੇਵਾ ਇਹ ਸੱਚਾ ਸਰਾਧ ਹੈ। ਮਾਂ ਪਿਓ ਦੀ ਸੇਵਾ, ਸਿਆਣਿਆਂ ਦੀ ਸੇਵਾ, ਬਜ਼ੁਰਗਾਂ ਦੀ ਸੇਵਾ, ਮਹਾਂਪੁਰਖਾਂ ਦੀ ਸੇਵਾ, ਇਹ ਸਾਧ ਸੰਗਤ ਸੱਚੀ ਸੇਵਾ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਇਹਦੇ ਨਾਲ ਜਨਮਾਂ ਜਨਮਾਂ ਦੀ ਮੈਲ ਉਤਰ ਜਾਏਗੀ। ਕਿਸੇ ਦੁਖੀ ਬੰਦੇ ਦੀ ਸੇਵਾ, ਕਿਸੇ ਲੋੜਵੰਦ ਦੀ ਸੇਵਾ, ਦਿਲ 'ਚ ਦਇਆ ਤੋਂ ਬਿਨਾਂ ਸੇਵਾ ਹੋ ਸਕਦੀ? ਕਦੇ ਦਇਆ ਤੋਂ ਬਿਨਾਂ ਕਦੇ ਤੁਸੀਂ ਕਿਸੇ ਨੂੰ ਉਠਾ ਸਕਦੇ ਹੋ? ਅੱਜ ਤੇ ਕਸਾਈਆਂ ਦਾ ਰਾਜ ਹੋ ਗਿਆ। ਆ ਸਵਾਮੀ ਰਾਮਦੇਵ ਜੀ ਰੋਜ਼ ਸਵੇਰੇ 5 ਵਜੇ ਤੋਂ 7:30 ਵਜੇ ਤੱਕ ਸੰਗਤਾਂ ਨੂੰ ਉਪਦੇਸ਼ ਦਿੰਦੇ ਨੇ, ਯੋਗਾ ਕਰਾਉਂਦੇ ਨੇ। ਤੇ ਉਹ ਕਹਿੰਦੇ ਅੱਜ ਰਾਜ ਕਿਹਨਾਂ ਦਾ ਹੋ ਗਿਆ? ਕਸਾਈਆਂ ਦਾ। ਅਰਬਾਂ ਖਰਬਾਂ ਰੁਪਈਆ ਇਕੱਠਾ ਕੀਤਾ ਹੋਇਆ, ਤ੍ਰਿਸ਼ਨਾ ਅਜੇ ਵੀ ਨਹੀਂ ਬੁੱਝਦੀ, ਤੇ ਤਾਈਓ ਆ ਗਰੀਬੀ ਵੱਧਦੀ ਜਾਂਦੀ। 80 ਰੁਪਏ ਕਿਲੋ ਗੰਢੇ ਸੁਣੇ ਕਦੇ ਤੁਸੀਂ? ਲੱਗੂ ਤੜਕਾ ਆਪਣਾ।
ਸੁੱਕੀਆਂ ਦਾਲਾਂ ਖਾਣੀਆਂ ਪੈਣਗੀਆਂ, ਉਹ ਵੀ ਸਹੁਰੀਆਂ ਮਹਿੰਗੀਆਂ। ਸਾਧ ਸੰਗਤ ਆ, ਪਰਸੋਂ ਅਸੀਂ ਜਲੰਧਰੋਂ ਆ ਰਹੇ ਸੀ ਹਰਿਦੁਆਰ ਤੋਂ, ਤੇ ਇੱਕ ਜਨਾਨੀ ਵਿਚਾਰੀ, ਉਹਨੇ ਕਿਸੇ ਦੇ ਕੋਈ ਗਹਿਣੇ ਗੁਣੇ ਨੂੰ ਹੱਥ ਪਾ ਲਿਆ ਹੋਣਾ, ਕਿਸੇ ਪਰਸ ਨੂੰ ਹੱਥ ਪਾ ਲਿਆ ਹੋਣਾ, ਭਰਾ ਬਾਜ਼ਾਰ, ਜਨਾਨੀ ਦਾ ਹੱਥ ਫੜਿਆ ਪੁਲਿਸ ਵਾਲੇ ਨੇ, ਧੂ ਕੇ ਲੈ ਗਿਆ, ਪਰਲੇ ਬੰਨੇ ਥੱਲੇ ਸੁੱਟਿਆ, ਤੇ ਬੰਦੇ ਇਕੱਠੇ ਹੋ ਕੇ ਉਹਨੂੰ ਠੁੱਡ ਮਾਰਨ, ਉਹਨੂੰ ਚਪੇੜਾ ਮਾਰਨ, ਉਹਦੀ ਬੇਇੱਜ਼ਤੀ ਕੀਤੀ। ਤੇ ਮੇਰੇ ਮਨ ਵਿੱਚ ਆਇਆ, ਮੈਂ ਕਿਹਾ ਪਤਾ ਨਹੀਂ ਕੋਈ ਗਰੀਬੀ ਦੀ ਮਾਰੀ ਹੋਏਗੀ, ਪਤਾ ਨਹੀਂ ਕੋਈ ਪਤੀ ਸ਼ਰਾਬੀ ਹੋਊ, ਸਤਾਈ ਹੋਏਗੀ, ਪਤਾ ਕੋਈ ਨਹੀਂ ਇਹਦੇ ਪੁੱਤਰ ਹੀ ਨਲਾਇਕ ਹੋਣ, ਪਤਾ ਕੋਈ ਨਹੀਂ ਕਿਸ ਵਿਫਤਾ ਦੀ ਮਾਰੀ ਹੋਈ ਕਿਸੇ ਚੀਜ਼ ਨੂੰ ਹੱਥ ਪਾ ਰਹੀ ਹੈ। ਚਾਹੀਦਾ ਇਹ ਸੀ ਵੀ ਜਨਾਨੀ ਪੁਲਿਸ ਫੜ ਲੈਂਦੀ ਔਰ ਉਹਦਾ ਪਿਛੋਕੜ ਵੇਖਦੀ ਵੀ ਇਹਦਾ ਰੋਜ਼ ਇਹੀ ਕੰਮ ਸੀ ਕਿ ਵਿਚਾਰੀ ਕਿਸੇ ਦੁੱਖ ਦੇ ਕਾਰਨ। ਤੇ ਅੱਜ ਕਈ ਗਰੀਬ ਫਿਰ ਕਰਦੇ ਕੀ ਨੇ, ਅੱਤਵਾਦ ਪੈਦਾ ਕਿੱਥੋਂ ਹੁੰਦਾ? ਇਹਨਾਂ ਗੱਲਾਂ ਤੋਂ ਹੀ ਤਾਂ ਹੁੰਦਾ। ਲੋਕ ਸਤਾਏ ਹੋਏ ਅੱਤਵਾਦ ਕਰਦੇ ਨੇ। ਸੋ ਪਿਆਰਿਓ, ਜੇ ਅਨੁਸ਼ਾਸਨ ਸਾਡਾ ਠੀਕ ਹੋਵੇ ਤੇ ਫਿਰ ਸਾਡਾ ਬਾਹਰ ਦਾ ਤੇ ਅੰਦਰ ਦਾ ਸਭ ਕੁਝ ਠੀਕ ਹੁੰਦਾ ਹੈ। ਸੋ ਇੱਥੋਂ ਦਾ ਕਾਨੂੰਨ ਕਾਇਦਾ ਮੈਂ ਜ਼ਰੂਰ ਕਹਾਂਗਾ ਗਲਤ ਹੈ, ਪਰ ਸਾਡੇ ਗੁਰੂਆਂ ਨੇ ਜੋ ਸਾਨੂੰ ਮੈਸੇਜ ਦਿੱਤਾ ਹੈ, ਸੁਨੇਹਾ ਦਿੱਤਾ ਹੈ, ਸਾਡੇ ਸਿੱਖ ਘੋੜਿਆਂ ਦੀਆਂ ਕਾਠੀਆਂ ਤੇ ਜੰਗਲਾਂ 'ਚ ਸੌਂ ਕੇ ਭੁੱਖੇ ਰਹਿ ਕੇ ਫਿਰ ਵੀ ਖਾਲਸੇ ਤਿਆਰ ਬਰ ਤਿਆਰ ਰਹਿੰਦੇ ਸੀ, ਫਿਰ ਵੀ ਹੌਸਲੇ ਨਹੀਂ ਸੀ ਹਾਰਦੇ, ਫਿਰ ਵੀ ਕਿਸੇ ਬੁਰੇ ਖਿਆਲਾਂ ਵਿੱਚ ਨਹੀਂ ਸੀ ਜਾਂਦੇ, ਤੇ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ। ਖਾਲਸਾ ਖਾਸ ਕਹਾਵੇ ਸੋਈ, ਜਾ ਕੇ ਹਿਰਦੇ ਭਰਮ ਨਾ ਹੋਈ। ਸੋ ਉਹੋ ਜੇ ਖਾਲਸੇ ਜਿਨ੍ਹਾਂ ਨੂੰ ਕੋਈ ਲੋਭ ਨਹੀਂ। ਆ ਬੀਬੀਆਂ ਮਾਈ ਭਾਗੋ ਦਾ ਪ੍ਰਸੰਗ ਸੁਣਾ ਰਹੀਆਂ ਸੀ। ਉਹਨੇ ਕਿਹਾ, ਸਿੰਘੋ ਲਾ ਦਿਓ ਕੜੇ ਤੇ ਪਾ ਲਓ ਚੂੜੀਆਂ, ਲਾ ਦਿਓ ਚੋਲੇ ਤੇ ਪਾ ਲਓ ਸੁਥਣਾ, ਤੇ ਜਨਾਨੀਆਂ ਦਾ ਕੰਮ ਤੁਸੀਂ ਕਰੋ, ਅਸੀਂ ਜਾ ਕੇ ਗੁਰੂ ਕੀ ਖੁਸ਼ੀ ਲੈਂਦੀ ਹਾਂ। ਧੰਨ ਮਾਈ ਭਾਗੋ ਜਿਹਦੀ ਵੰਗਾਰ ਦੇ ਨਾਲ, ਜਿਹਦੇ ਉਸ ਚੈਲੰਜ ਦੇ ਨਾਲ ਪਿਆਰਿਓ ਸਿੰਘਾਂ ਨੂੰ ਨਮੋਸ਼ੀ ਆਈ, ਜਿਹੜੇ ਅੱਜ ਵਿਦਾਵਾ ਦੇ ਗਏ ਸੀ। ਕਲਗੀਧਰ ਮਹਾਰਾਜ, ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ। ਇਹੋ ਜਿਹੀਆਂ ਮਾਤਾਵਾਂ ਪੂਜਣਯੋਗ ਹੁੰਦੀਆਂ ਨੇ। ਮਾਈ ਭਾਗੋ ਨੂੰ ਪੂਜਾ ਦਾ ਸ਼ੌਂਕ ਨਹੀਂ, ਪਰ ਮਾਈ ਭਾਗੋ ਪੂਜਣਯੋਗ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੂਜਣਯੋਗ ਹੈ ਮਾਤਾ, ਜਿਸ ਦੇ ਮਨ ਵਿੱਚ ਸ਼ਹੀਦੀ ਦਾ ਚਾਅ ਆ ਗਿਆ। ਪਿਆਰਿਓ, ਕਿਉਂ ਕਿ ਆਪਣੇ ਅੰਦਰ ਇੱਕ ਉਹ ਇਖਲਾਕ ਹੈ ਜਿਹਦੇ ਕਰਕੇ ਸਾਡੇ ਅੰਦਰ ਉਤੇਜਨਾ ਪੈਦਾ ਹੁੰਦੀ, ਸੂਰਬੀਰਤਾ ਪੈਦਾ ਹੁੰਦੀ। ਸੋ ਅੱਜ ਸਵਾਮੀ ਰਾਮਦੇਵ ਜੀ ਵੀ ਆਪਣੇ ਦੇਸ਼ ਵਿੱਚ ਪਿੰਡ ਪਿੰਡ ਵਿੱਚ ਜਾ ਕੇ ਇਹ ਮੈਸੇਜ ਦੇ ਰਹੇ ਹਨ। ਮੈਂ ਤਾਂ ਸੰਗਰਾਂਦ ਤੇ ਕਹਿ ਰਿਹਾ ਕਿ ਮੈਂ ਕੱਲੇ ਕੱਲੇ ਸੰਗਤਾਂ ਨੂੰ ਵੀ ਕਹਿੰਦਾ ਰਹਿੰਦਾ ਹਾਂ, ਪਰ ਅੱਜ ਸਮੁੱਚੇ ਸੰਗਤ ਰੂਪ ਵਿੱਚ ਕਹਿ ਰਿਹਾ ਕਿ ਵਾਕਿਆ ਹੀ ਉਹ ਸਾਡੇ ਦੇਸ਼ ਵਿੱਚ ਬੜੀ ਇੱਕ ਕ੍ਰਾਂਤੀ ਲਿਆਉਣ ਲਈ ਪ੍ਰਯੋਜਨ ਕਰ ਰਹੇ। ਮਹਾਂਪੁਰਖਾਂ ਦਾ ਸਹਿਯੋਗ ਦੇਣਾ ਚਾਹੀਦਾ, ਨਹੀਂ ਤਾਂ ਅੱਜ ਤੱਕ ਮੈਂ ਕਦੇ 25 ਸਾਲ ਹੋ ਗਏ ਕਦੇ ਸਟੇਜ ਤੋਂ ਤੁਹਾਨੂੰ ਸਹਿਯੋਗ ਦੀ ਗੱਲ ਨਹੀਂ ਕੀਤੀ ਕਿਸੇ ਬਾਰੇ। ਪਰ ਉਹ ਇੱਕ ਮਹਾਂਪੁਰਖ ਐਸਾ ਇਨਸਾਨ ਹੈ ਕਿ ਇਸ ਧਰਤੀ ਤੇ ਗਰੀਬ ਘਰ ਵਿੱਚ ਪੈਦਾ ਹੋਇਆ, ਜ਼ਿਮੀਂਦਾਰ ਘਰ ਵਿੱਚ ਪੈਦਾ ਹੋਇਆ, ਔਰ ਇੰਨੀ ਮੁਸ਼ੱਕਤ 17 ਘੰਟੇ ਸੰਗਤਾਂ ਦੇ ਨਾਲ ਰੋਜ਼ 365 ਦਿਨ ਕੋਈ ਛੁੱਟੀ ਨਹੀਂ, ਤੇ ਬਸ ਸਾਰਾ ਦਿਨ ਚੰਗੀਆਂ ਗੱਲਾਂ, ਸਰੀਰਕ ਤੰਦਰੁਸਤੀ ਔਰ ਲੋਕਾਂ ਨੂੰ ਪ੍ਰੇਰਨਾ, ਔਰ ਜਿਹੜਾ ਕਸਾਈਆਂ ਦਾ